बिस्मिल्लाहिर्रहमानिर्रहीम अस्सलामु अलैकुम वरहमतुल्लाहि वबरकातुहू। सामीन कराम, ਅੱਜ ਤੁਹਾਡੇ ਸਾਹਮਣੇ ਮੈਂ ਇੱਕ ਲਤੀਫਾ ਲੈ ਕੇ ਆਇਆ ਵਾਂ। ਬੜਾ ਹੀ ਜ਼ਬਰਦਸਤ ਲਤੀਫਾ ਹੈ, ਤੁਹਾਨੂੰ ਬੜਾ ਸਵਾਲ ਆਏਗਾ ਤੇ ਇਸ ਲਤੀਫੇ ਦੇ ਵਿੱਚ ਇੱਕ ਸਬਕ ਵੀ ਹੋਏਗਾ, ਤੁਹਾਨੂੰ ਸਮਝ ਲੱਗ ਜਾਏਗੀ ਕਿ ਮੈਂ ਕੀ ਗੱਲ ਕਹਿਣਾ ਚਾਹੁੰਦਾ ਵਾਂ। ਇੱਕ ਕਲੀਨਿਕ ਤੇ ਇੱਕ ਬੰਦੇ ਨੇ ਆਖਿਆ ਚਲੋ ਯਾਰ ਮੈਂ ਵੀ ਕੋਈ ਥੋੜੀ ਜਿਹੀ ਡਾਕਟਰੀ ਸਿੱਖ ਲਵਾਂ, ਮੇਰੇ ਕੋਲ ਕੰਮ ਕਰਦੇ ਹੈ ਕੋਈ ਨਹੀਂ, ਮੈਂ ਵੀ ਥੋੜੀ ਜਿਹੀ ਡਾਕਟਰੀ ਸਿੱਖ ਲਵਾਂ। ਉਹਨੇ ਉਸ ਕਲੀਨਿਕ ਤੇ ਦਾਖਲਾ ਲੈ ਲਿਆ, ਜਿਸ ਤਰ੍ਹਾਂ ਵੀ ਉਹਦਾ ਪ੍ਰੋਸੀਜਰ ਸੀ ਉਹਨੂੰ ਦਾਖਲਾ ਮਿਲ ਗਿਆ। ਤੇ ਉਹ ਜਿਸ ਟਾਈਮ ਉਸ ਕਲੀਨਿਕ ਤੇ ਗਿਆ ਤੇ ਉਹਦਾ ਉਸ ਕਲੀਨਿਕ ਤੇ ਪਹਿਲਾ ਦਿਨ ਸੀ ਤੇ ਪਹਿਲੇ ਦਿਨ ਹੀ ਉਸ ਕਲੀਨਿਕ ਤੇ ਇੱਕ ਮਰੀਜ਼ ਆਇਆ ਤੇ ਉਹ ਮਰੀਜ਼ ਨਹੀਂ ਬਲਕਿ ਇੱਕ ਜੱਟ ਆਇਆ। ਉਸ ਜੱਟ ਨੇ ਆਖਿਆ ਭਾਈ ਮੇਰੀ ਮੱਝ ਦੇ ਗਲੇ ਦੇ ਵਿੱਚ ਨਾ ਗੋਂਗਲੂ ਫਸ ਗਿਆ ਖਾਂਦਿਆਂ ਖਾਂਦਿਆਂ ਤੇ ਉਹਦੀ ਕੋਈ ਦਵਾਈ ਦੇ ਦਿਓ, ਤੁਹਾਡੀ ਬੜੀ ਮਿਹਰਬਾਨੀ। ਉਸ ਡਾਕਟਰ ਨੇ ਆਖਿਆ, ਜਿਹੜਾ ਉਸ ਕਲੀਨਿਕ ਦਾ ਡਾਕਟਰ ਸੀ, ਉਹਨੇ ਆਖਿਆ ਭਾਈ ਇਹਦੀ ਦਵਾਈ ਨਹੀਂ ਹੈ, ਤੂੰ ਇਸ ਤਰ੍ਹਾਂ ਕਰ ਉਸ ਮੱਝ ਦੀ ਕੰਨ ਦੇ ਉੱਤੇ ਜਾ ਕੇ ਗੋਂਗਲੂ ਮਾਰ, ਬਲਕਿ ਸਿਰ 'ਚ ਗੋਂਗਲੂ ਮਾਰ, ਧੌਣ 'ਚ ਗੋਂਗਲੂ ਮਾਰ ਤੇ ਜਿਹੜਾ ਗੋਂਗਲੂ ਫਸਿਆ ਹੋਏਗਾ ਉਹ ਨਿਕਲ ਜਾਏਗਾ। ਤੇ ਉਸ ਜੱਟ ਨੇ ਜਾ ਕੇ ਇਸ ਤਰ੍ਹਾਂ ਕੀਤਾ, ਮੱਝ ਦੇ ਗਲੇ ਤੇ ਉਹਨੇ ਜਾ ਕੇ ਧੌਣ ਤੇ ਉਹਨੇ ਮਾਰੀ ਇੱਟ ਤੇ ਉਹ ਗੋਂਗਲੂ ਨਿਕਲ ਗਿਆ। ਵਾਪਸੀ ਆ ਕੇ ਉਹਨੇ ਡਾਕਟਰ ਨੂੰ ਦੱਸਿਆ, ਡਾਕਟਰ ਸਾਹਿਬ ਵਾਕਈ ਹੈ ਤੇ ਬੜਾ ਫਾਰਮੂਲਾ ਕਾਰਾਮਦ ਹੋ ਗਿਆ, ਮੇਰੀ ਵਾਕਈ ਮੱਝ ਦੇ ਗੋਂਗਲੂ ਨਿਕਲ ਗਿਆ। ਉਹਨੇ ਕੋਈ ਜਿਹੜਾ ਨਜ਼ਰਾਨਾ 150 200 ਜਣਾ ਦੇਣਾ ਸੀ ਉਹਨੇ ਦੇ ਦਿੱਤਾ। ਤੇ ਨਾਲ ਜਿਹੜਾ ਬੰਦਾ ਨਵਾਂ ਸਿੱਖਣ ਆਇਆ ਸੀ ਉਹਨੇ ਆਖਿਆ ਲਓ ਜੀ ਇਹ ਤਾਂ ਬੜਾ ਸੌਖਾ ਡਾਕਟਰੀ ਤੇ ਕੰਮ, ਮੈਂ ਵੀ ਡਰਦਾ ਆਇਆ ਪਿਆ। ਤੇ ਉਹਨੇ ਉਹ ਮਸਾਂ ਕਿਸਾ ਕਰਕੇ ਦਿਨ ਪੂਰਾ ਕੀਤਾ। ਅਗਲੇ ਦਿਨ ਉਹਨੇ ਆਪਣੀ ਦੁਕਾਨ ਵੱਖਰੀ ਖੋਲ੍ਹ ਲਈ ਤੇ ਉਹਨੇ ਆਪਣੀ ਦੁਕਾਨ ਜਿਸ ਟਾਈਮ ਖੋਲ੍ਹੀ, ਸੋਹਣੇ ਰੰਗ ਦੁਕਾਨ ਸਜਾਈ, ਉੱਥੇ ਉਹਨੇ ਟੇਬਲ ਰੱਖਿਆ, ਟੇਬਲ ਦੇ ਉੱਤੇ ਉਹਨੇ ਇੱਟ ਸਜਾ ਕੇ ਰੱਖ ਦਿੱਤੀ ਤੇ ਨਾਲ ਉਹਨੇ ਥੋੜ੍ਹਾ ਜਿਹਾ ਕੱਪੜਾ ਛੱਪੜਾ ਰੱਖ ਦਿੱਤਾ ਕਿ ਇੱਟ ਨੂੰ ਸੁਥਰਾ ਕੇ ਸਾਫ਼ ਸੁਥਰਾ ਕਰਕੇ ਰੱਖ ਦਾਂਗੇ। ਤੇ ਉਹ ਜਿਸ ਟਾਈਮ ਉਹਨੇ ਇੱਟ ਰੱਖੀ ਤੇ 2-3 ਮਿੰਟ ਗੁਜ਼ਰਨ ਤੋਂ ਬਾਅਦ ਹੀ ਨਵਾਂ ਇੱਕ ਉੱਥੇ ਮਰੀਜ਼ ਆ ਗਿਆ। ਤੇ ਜਿਵੇਂ ਹੀ ਮਰੀਜ਼ ਅੰਦਰ ਵੜਿਆ ਤੇ ਮਰੀਜ਼ ਨੇ ਆਖਿਆ ਭਾਈ ਮੈਨੂੰ ਸਿਰ 'ਚ ਦਰਦ ਹੈ ਤੇ ਕੋਈ ਦਵਾਈ ਦਿਓ। ਉਹਨੇ ਆਖਿਆ ਤੂੰ ਟੈਨਸ਼ਨ ਨਾ ਲੈ, ਤੂੰ ਸਿਰ ਹੈਗਾ ਕਰ। ਤੇ ਉਹਨੇ ਆਖਿਆ ਪਤਾ ਨਹੀਂ ਕੀ ਕਰਨ ਲੱਗਾ, ਉਹਨੇ ਆਖਿਆ ਚਲੋ ਠੀਕ ਹੈ ਜੀ ਕਰ ਦਿੰਦੇ ਆ, ਕੀ ਹਰਜ। ਉਹਨੇ ਜਿਸ ਟਾਈਮ ਦੂਸਰਾ ਜਿਹੜਾ ਮਰੀਜ਼ ਉਸ ਕਲੀਨਿਕ 'ਚ ਆਇਆ ਸੀ ਉਹਨੇ ਸਿਰ ਅਗਾਂ ਕੀਤਾ, ਉਹਨੇ ਉਹੀ ਇੱਟ ਚੱਕ ਕੇ ਸਿਰ 'ਚ ਮਾਰ ਦਿੱਤੀ। ਉਹਨੇ ਜਿਸ ਟਾਈਮ ਇੱਟ ਉਹਦੇ ਸਿਰ 'ਚ ਮਾਰੀ ਤੇ ਉਹ ਜਿਹੜਾ ਮਰੀਜ਼ ਸੀ ਉਹ ਤਾਂ ਗਿਆ ਮਾਰ। ਉਹ ਜ਼ਾਹਰੀ ਗੱਲ ਹੈ ਮੱਝ ਦੇ ਵਿੱਚ ਤੇ ਬੰਦੇ ਦੇ ਫਰਕ ਉਹਨੂੰ ਪਤਾ ਨਹੀਂ ਲੱਗਾ। ਉਹਨੇ ਜਿਸ ਟਾਈਮ ਇੱਟ ਮਾਰੀ ਬੰਦਾ ਮਰ ਗਿਆ, ਲੋਕਾਂ ਨੂੰ ਪਤਾ ਲੱਗ ਗਿਆ, ਮਹੱਲੇ 'ਚ ਖਬਰ ਹੋ ਗਈ, ਸਾਰੇ ਲੋਕ ਇਕੱਠੇ ਹੋ ਗਏ। ਤੇ ਉਹਨਾਂ ਨੇ ਆਖਿਆ ਤੂੰ ਕੀ ਕੰਮ ਕਰ ਛੜਿਆ? ਕਹਿੰਦਾ ਯਾਰ ਮੈਂ ਵੀ ਇਹ ਡਾਕਟਰ ਕੋਲ ਸਿੱਖਿਆ ਤੇ ਉਹਨੇ ਵੀ ਇਹ ਕੰਮ ਕੀਤਾ ਸੀ, ਉਹ ਮੱਝ ਧੌਣ 'ਚ ਫਸ ਗਿਆ ਸੀ ਗੋਂਗਲੂ ਤੇ ਮੈਂ ਵੀ ਇਹ ਕੰਮ ਕੀਤਾ, ਮੈਂ ਆਖਿਆ ਬਚ ਜਾਏਗਾ ਲੇਕਿਨ ਇਹ ਮਰ ਗਿਆ। ਤੇ ਉਹ ਸਾਰੇ ਲੋਕਾਂ ਨੇ ਫਿਰ ਸਲਾਹ ਬਣਾਈ ਕਿ ਚਲੋ ਮਾੜਾ ਬੰਦਾ ਇਹਨੂੰ ਮਾफ़ ਕਰ ਦਿੰਦੇ ਆ, ਇਹਦੀ ਸਜ਼ਾ ਇਹ ਹੀ ਹੈ ਕਿ ਜਿਹੜਾ ਬੰਦਾ ਇਹਨੇ ਮਾਰਿਆ ਨਾ ਇਹਨੂੰ ਆਪ ਕਬਰਸਤਾਨ ਚੁੱਕ ਕੇ ਲੈ ਜਾਏ ਤੇ ਦਫਨਾਏ ਆਪ ਹੀ, ਇਹਦੀ ਇਹ ਹੀ ਸਜ਼ਾ ਹੈ। ਤੇ ਉਹ ਜਿਸ ਟਾਈਮ ਸਜ਼ਾ ਮੁਖਤਸ ਹੋਈ ਉਹ ਉਹਨੂੰ ਚੁੱਕ ਕੇ ਨਾ ਜਨਾਜ਼ਾ ਜਨਾਜ਼ਾ ਤਿਆਰ ਹੋਇਆ, ਜੋ ਵੀ ਗੁਸਲ ਕੀਤਾ ਜਨਾਜ਼ਾ ਤਿਆਰ ਹੋਇਆ, ਉਹਨੂੰ ਜਨਾਬ ਮੁੰਡ ਚੁੱਕ ਕੇ ਨਾ ਟੁਰ ਪਿਆ। ਸੁਬਾਹ ਦਾ ਟੁਰਿਆ ਜਨਾਬ, ਟੁਰੀ ਜਾਵੇ ਟੁਰੀ ਜਾਵੇ ਟੁਰੀ ਜਾਵੇ ਆਵੇ ਹੀ ਨਾ ਕਬਰਸਤਾਨ, ਬੜੀ ਇੱਕ ਦੂਰ ਸੀ ਕਬਰਸਤਾਨ। ਉਹ ਸੁਬਾਹ ਦੀ ਦੁਪਹਿਰ ਹੋ ਗਈ, ਦੁਪਹਿਰ ਦੀ ਸ਼ਾਮ ਹੋ ਗਈ, ਉਹ बेचारा ਹਫਿਆ ਪਿਆ, ਬਿਲਕੁਲ ਹੀ ਥੱਕ ਗਿਆ, ਬਿਲਕੁਲ ਕਬਰਸਤਾਨ ਹੀ ਨਾ ਆਏ। ਉਹ ਕਿਤੇ ਜਾ ਕੇ ਇਸ਼ਾ ਦੇ ਵੇਲੇ ਕਿਤੇ ਜਾ ਕੇ ਕਬਰਸਤਾਨ ਆਇਆ ਤਾਂ ਉਹਨੇ ਸ਼ੁਕਰ ਤੇ ਕਲਮਾ ਬੜਾ ਸ਼ੁਕਰ ਹੈ ਕਬਰਸਤਾਨ ਆਇਆ। ਉੱਥੇ ਉਹਨੇ ਦਫਨਾਇਆ, ਦਫਨਾ ਕੇ ਤੇ ਉਹਦੀ ਜਾਨ ਛੁੱਟੀ। ਉਹ ਫਿਰ ਵਾਪਸ ਆ ਕੇ ਤੇ ਵਾਪਸ ਸੁੱਖ ਦਾ ਸਾਹ ਲਿਆ, ਘਰ ਆ ਕੇ ਸੌਂ ਗਿਆ। ਸੁਬਾਹ ਉੱਠ ਕੇ ਉਹਨੇ ਫਿਰ ਆ ਕੇ ਦੁਕਾਨ ਤੇ ਆ ਕੇ ਹਾਜ਼ਰੀ ਲਵਾਈ, ਦੁਕਾਨ ਖੋਲ੍ਹ ਲਈ, ਫਿਰ ਉਹਨੇ ਇੱਟ ਸਜਾਈ ਤੇ ਕੱਪੜਾ ਕੋਲ ਰੱਖ ਲਿਆ ਉਹਨੇ। ਤੇ ਉਸੇ ਤੋਂ ਅਗਲੇ ਦਿਨ ਹੀ ਕੋਈ ਨਵਾਂ ਬੰਦਾ ਵੜ ਗਿਆ ਉਹਦੇ ਕਲੀਨਿਕ 'ਚ ਵੜ ਗਿਆ ਤੇ ਉਹਨੇ ਵੀ ਜਾ ਕੇ ਆਖਿਆ ਡਾਕਟਰ ਸਾਹਿਬ ਮੈਂ ਬੜਾ ਬਿਮਾਰ ਹਾਂ, ਮੈਨੂੰ 3-4 ਦਿਨ ਹੋ ਗਏ, ਬੁਖਾਰ ਨਹੀਂ ਜਾਂਦਾ ਪਿਆ, ਕੋਈ ਦਵਾਈ ਦਿਓ। ਤੇ ਉਸ ਬੰਦੇ ਨੇ ਆਖਿਆ ਜਿਹੜਾ ਨਵਾਂ ਡਾਕਟਰ ਬਣਿਆ ਸੀ, ਉਹਨੇ ਆਖਿਆ ਮੈਨੂੰ ਤੂੰ ਇਹ ਦੱਸ ਕਿ ਤੇਰਾ ਕਬਰਸਤਾਨ ਕਿੰਨਾ ਕੁ ਦੂਰ ਹੈ। ਤੇ ਇਹ ਉਹਨੇ ਗੱਲ ਆਖੀ, ਸਮਝ ਤੁਸੀਂ ਆਪੇ ਗਏ ਹੋਵੋਗੇ। ਤੇ ਇਸ ਕਹਾਣੀ ਦੇ ਪਿੱਛੇ ਜਿਹੜਾ ਇੱਕ ਮਕਸਦ ਹੈ ਉਹ ਇਹ ਵੇ ਕਿ ਅੱਜ ਕੱਲ੍ਹ ਵੀ ਕੁਝ ਲੋਕ ਕਿਸੇ ਬੰਦੇ ਨੂੰ ਤਕਰੀਰ ਕਰਦਾ ਸੁਣ ਕੇ ਜਾਂ ਕਿਸੇ ਬੰਦੇ ਨੂੰ ਕੋਈ ਕਿਤਾਬ ਪੜ੍ਹਦਾ ਵੇਖ ਕੇ ਉਹ ਆਪ ਵੀ ਸ਼ੌਕ ਰੱਖਦੇ ਨੇ ਕਿ ਯਾਰ ਅਸੀਂ ਵੀ ਕਦੀ ਕਿਤਾਬ ਪੜ੍ਹੀਏ, ਇੱਕ ਅੱਧੀ ਤਾਰੀਖ ਪੜ੍ਹੀਏ ਤੇ ਤਾਰੀਖ ਪੜ੍ਹ ਕੇ ਉਹ ਆਪਣੀ ਤਰਫੋਂ ਮੌਲਵੀ ਬਣ ਜਾਂਦੇ ਨੇ ਕਿ ਯਾਰ ਮੈਂ ਬੜਾ ਮੌਲਵੀ ਹਾਂ, ਮੈਂ ਬੜਾ ਖਤੀਬ ਹਾਂ, ਮੈਂ ਸਾਰਾ ਕੁਝ ਸਿੱਖ ਲਿਆ, ਮੈਂ ਸਾਰਾ ਕੁਝ ਪੜ੍ਹ ਲਿਆ ਤੇ ਹੁਣ ਮੈਂ ਅੰਨੀ ਪਾ ਦੇਣੀ ਹੈ ਤੇ ਮੈਂ ਅਖੀਰ ਕਰ ਦੇਣੀ ਹਰ ਪਾਸੇ। ਤੇ ਇਸੇ ਤਰ੍ਹਾਂ ਦੇ ਲੋਕ ਨੇ ਗੱਦੀ ਨਸ਼ੀਨਾ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਜਿਹੜੇ ਲੋਕ ਫੇਸਬੁੱਕ ਤੇ YouTube ਤੇ ਜਿਹਨਾਂ ਨੇ ਆਪਣੇ ਡੇਢ ਦੀ ਵੱਖਰੀ ਮਸਜਿਦ ਬਣਾਈ ਹੈ, ਮਸਜਿਦ ਬਣਾ ਲਈ ਉਹਨਾਂ ਨੇ, ਇਸੇ ਤਰ੍ਹਾਂ ਹੀ 2-4 ਤਰੀਨਾਂ ਪੜ੍ਹੀਆਂ, 2-4 ਕਿਤਾਬਾਂ ਪੜ੍ਹੀਆਂ, 2-4 ਗੱਲਾਂ ਸੁਣੀਆਂ ਤੇ ਵੱਖਰਾ ਜਨਾਬ YouTube ਤੇ ਚੈਨਲ ਬਣਾ ਕੇ ਜਨਾਬ ਸ਼ੁਰੂ ਹੋ ਗਏ ਜੀ ਇਹ ਵੀ ਕਾਫਰ ਤੇ ਫਲਾਂ ਵੀ ਕਾਫਰ। ਤੇ ਉਹ ਉਹਨਾਂ ਨੇ ਇੱਟ ਹੀ ਫੜੀ ਹੋਈ, ਉਹ ਜਿਹੜਾ ਕੋਈ ਉਹਨਾਂ ਕੋਲ ਆਵੇ ਇੱਟ ਧੌਣ 'ਚ ਮਾਰਦੇ ਨੇ ਚੁੱਕ ਕੇ ਪਰਾਂ, ਇਹ ਇੱਟ ਦੀ ਤਲਵਾਰ ਹੈ, ਯਾਨੀ ਇਹ ਫਤਵੇ ਦੀ ਇੱਟ। ਜਿਹੜਾ ਆਵੇ ਕੋਲ ਧੌਣ 'ਚ ਜਨਾਬ ਉਹ ਫਤਵਾ ਠੋਕ ਦਿੱਤਾ ਤੇ ਲਓ ਜੀ ਉਹ ਰਗੜਾ ਕੱਢ ਦਿੱਤਾ। ਤੇ ਅੱਲਾਹ ਤਾਲਾ ਸਾਡੇ ਮੁਖਾਲਫੀਨ ਨੂੰ ਸਮਝਣ ਦੀ ਤੌਫੀਕ ਦੇ, ਅੱਲਾਹ ਤਾਲਾ ਸਾਨੂੰ ਹਮੇਸ਼ਾ ਹੱਕ ਗੱਲ ਕਹਿਣ ਦੀ ਤੌਫੀਕ ਦੇ। ਵਮਾ ਅਲੈਨਾ ਇल्ला अल बलागुल मुबीन। अस्सलामु अलैकुम वरहमतुल्लाहि वबरकातुहू।